हेलो फ्रेंड्स, दिस इज़ हरविंदर सिंह एंड वेलकम टू द यूट्यूब चैनल लर्न विद हरविंदर सर। ਅਤੇ ਇਸ ਵੀਡੀਓ ਵਿੱਚ ਅਸੀਂ ਕਰਾਂਗੇ PSEB ਕਲਾਸ 10th ਇੰਗਲਿਸ਼ ਦਾ ਚੈਪਟਰ ਦਾ ਹੋਮ ਕਮਿੰਗ ਇਸ ਦੇ ਕੁਐਸਚਨ ਆਨਸਰਸ। ਦੋਸਤੋ, ਇਸ ਗੱਲ ਦਾ ਧਿਆਨ ਰੱਖੋ ਕਿ ਇਸ ਵੀਡੀਓ ਵਿੱਚ ਅਸੀਂ ਇਸ ਚੈਪਟਰ ਦੇ ਕੁਐਸਚਨ ਆਨਸਰਸ ਕੀਤੇ ਹਨ, ਪਰ ਜੇ ਆਪ ਸਾਰਿਆਂ ਨੇ ਸਾਡੇ ਨਾਲ ਇਸ ਚੈਪਟਰ ਦੀ ਸਮਰੀ ਕਰਨੀ ਹੈ ਜਾਂ ਚੈਪਟਰ ਨੂੰ ਸਮਝਣਾ ਹੈ ਤਾਂ ਅਸੀਂ ਉਸ ਦੀ ਇੱਕ ਅਲੱਗ ਤੋਂ ਵੀਡੀਓ ਬਣਾਈ ਹੈ ਜਿਸ ਦਾ ਲਿੰਕ ਥੱਲੇ ਡਿਸਕ੍ਰਿਪਸ਼ਨ ਬਾਕਸ ਵਿੱਚ ਦਿੱਤਾ ਗਿਆ ਹੈ। ਤੇ ਇਸ ਪਾਠ ਦੀ ਪੂਰੀ ਤਰ੍ਹਾਂ ਤਿਆਰੀ ਲਈ ਆਪ ਸਾਰੇ ਵਿਦਿਆਰਥੀ ਉਸ ਵੀਡੀਓ ਨੂੰ ਜ਼ਰੂਰ ਦੇਖੋ। ਤੇ ਜੇ ਅਜੇ ਤੱਕ ਆਪ ਸਾਰਿਆਂ ਨੇ YouTube ਚੈਨਲ ਲਰਨ ਵਿਦ ਹਰਵਿੰਦਰ ਸਰ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਜੋ ਨਵੀਆਂ ਵੀਡੀਓਜ਼ ਆਪ ਸਾਰਿਆਂ ਨੂੰ ਸਮੇਂ ਸਿਰ ਪ੍ਰਾਪਤ ਹੋ ਸਕਣ। ਆਓ ਸ਼ੁਰੂ ਕਰਦੇ ਹਾਂ। ਪਹਿਲਾ ਕੁਐਸਚਨ ਹੈ, ਹੂ ਵਾਸ ਫਟਿਕ? ਫਟਿਕ ਕੌਣ ਸੀ? ਫਟਿਕ ਵਾਸ ਅ 14-year-old boy. He was the ringleader among the boys of the village. ਫਟਿਕ ਇੱਕ 14 ਸਾਲਾਂ ਦਾ ਮੁੰਡਾ ਸੀ ਤੇ ਉਹ ਪਿੰਡ ਵਿੱਚ ਬਾਕੀ ਮੁੰਡਿਆਂ ਦਾ ਰਿੰਗ ਲੀਡਰ ਸੀ, ਮੁਖੀਆ ਸੀ। ਰਿੰਗ ਲੀਡਰ ਦਾ ਅਰਥ ਹੁੰਦਾ ਮੁਖੀਆ। ਅਗਲਾ ਕੁਐਸਚਨ, ਵਟ ਵਾਜ਼ ਅ ਨਿਊ ਮਿਸਚੀਫ ਫਟਿਕ ਥਾਟ ਆਫ? ਫਟਿਕ ਨੂੰ ਕਿਹੜੀ ਨਵੀਂ ਸ਼ਰਾਰਤ ਸੁੱਝੀ? A log was lying on the bank of a river. He planned to roll away the log from its place with the help of other boys. ਤੇ ਬੈਂਕ ਆਫ ਰਿਵਰ ਦਾ ਮਤਲਬ ਹੁੰਦਾ ਨਦੀ ਦੇ ਕਿਨਾਰੇ, ਤੇ ਨਦੀ ਦੇ ਕਿਨਾਰੇ ਇੱਕ ਲੱਕੜ ਦਾ ਲੱਠਾ ਪਿਆ ਸੀ ਤੇ ਫਟਿਕ ਨੇ ਇਹ ਯੋਜਨਾ ਬਣਾਈ ਕਿ ਉਸ ਲੌਗ ਨੂੰ ਦੂਜੇ ਮੁੰਡਿਆਂ ਦੀ ਮਦਦ ਦੇ ਨਾਲ ਰੋਲ ਕਰਕੇ ਕਿਸੇ ਹੋਰ ਪਾਸੇ ਲੈ ਜਾਈਏ। ਕਿਉਂ ਲੈ ਜਾਈਏ? ਤਾਂ ਜੋ ਲੌਗ ਦਾ ਮਾਲਕ ਹੈ ਉਹ ਪਰੇਸ਼ਾਨ ਹੋ ਜਾਏ। ਅਗਲਾ ਕੁਐਸਚਨ, ਵਾਈ ਵਰ ਫਟਿਕ ਐਂਡ ਹਿਜ਼ ਫਰੈਂਡਸ ਅਨੋਇਡ ਵਿਦ ਮੱਖਣ? ਤੇ ਫਟਿਕ ਤੇ ਉਸਦੇ ਦੋਸਤ ਮੱਖਣ ਤੋਂ ਨਾਰਾਜ਼ ਕਿਉਂ ਸਨ? ਫਟਿਕ ਐਂਡ ਹਿਜ਼ ਫਰੈਂਡਸ ਵਾਂਟਡ ਟੂ ਰੋਲ ਦ ਲੌਗ ਅਵੇ ਬਟ ਮੱਖਣ ਸੈਟ ਡਾਊਨ ਔਨ ਦ ਲੌਗ। ਦਿਸ ਅਨੋਇਡ ਫਟਿਕ ਐਂਡ ਹਿਜ਼ ਫਰੈਂਡਸ। ਤੇ ਫਟਿਕ ਤੇ ਉਸਦੇ ਦੋਸਤ ਲੌਗ ਨੂੰ ਖਿਸਕਾ ਕੇ ਕਿਸੇ ਹੋਰ ਪਾਸੇ ਲੈ ਕੇ ਜਾਣਾ ਚਾਹੁੰਦੇ ਸਨ, ਪਰ ਜਿਹੜਾ ਮੱਖਣ ਹੈ ਉਹ ਲੌਗ ਦੇ ਉੱਪਰ ਹੀ ਬੈਠ ਗਿਆ ਸੀ ਤੇ ਫਟਿਕ ਅਤੇ ਉਸਦੇ ਦੋਸਤ ਇਸ ਗੱਲ ਤੇ ਨਾਰਾਜ਼ ਹੋ ਗਏ। ਅਗਲਾ ਕੁਐਸਚਨ ਹੈ, ਵਟ ਵਾਜ਼ ਫਟਿਕਸ ਨਿਊ ਮੈਨੂਵਰ? ਤੇ ਮੈਨੂਵਰ ਦਾ ਅਰਥ ਹੁੰਦਾ ਚਾਲ। ਫਟਿਕਸ ਨਿਊ ਮੈਨੂਵਰ ਵਾਜ਼ ਟੂ ਰੋਲ ਦ ਲੌਗ ਐਂਡ ਮੱਖਣ ਟੂਗੈਦਰ। ਤੇ ਫਟਿਕ ਨੇ ਇਹ ਯੋਜਨਾ ਬਣਾਈ ਕਿ ਲੌਗ ਲੱਕੜ ਦੇ ਲੱਠੇ ਨੂੰ ਅਤੇ ਮੱਖਣ ਨੂੰ ਇਕੱਠੇ ਹੀ ਰੋਲ ਕਰ ਦਈਏ। ਨੈਕਸਟ ਕੁਐਸਚਨ ਹੈ, ਵਾਈ ਡਿਡ ਫਟਿਕ ਬੀਟ ਮੱਖਣ ਈਵਨ ਇਨ ਦ ਪ੍ਰੈਜ਼ੈਂਸ ਆਫ ਹਿਜ਼ ਮਦਰ? ਵੀ ਫਟਿਕ ਨੇ ਮੱਖਣ ਨੂੰ ਆਪਣੀ ਮਾਂ ਦੇ ਸਾਹਮਣੇ ਕਿਉਂ ਕੁੱਟਿਆ? ਮੱਖਣ ਲਾਈਡ ਟੂ ਹਿਜ਼ ਮਦਰ ਡੈਟ ਫਟਿਕ ਹੈਜ਼ ਬੀਟਨ ਹਿਮ ਸੋ ਹੀ ਬੀਟ ਮੱਖਣ। ਕਿ ਮੱਖਣ ਨੇ ਝੂਠ ਬੋਲਿਆ ਸੀਗਾ ਆਪਣੀ ਮਾਂ ਨੂੰ ਕਿ ਫਟਿਕ ਨੇ ਉਸ ਨੂੰ ਕੁੱਟਿਆ, ਤੇ ਇਸ ਕਰਕੇ ਮਾਂ ਦੇ ਸਾਹਮਣੇ ਫਟਿਕ ਨੇ ਮੱਖਣ ਨੂੰ ਕੁੱਟਿਆ। ਨੈਕਸਟ ਕੁਐਸਚਨ ਹੈ, ਵਾਜ਼ ਮੱਖਣ ਸਪੀਕਿੰਗ ਦ ਟਰੁੱਥ? ਕਿ ਉਹ ਸੱਚ ਕਹਿ ਰਿਹਾ ਸੀ? ਮੱਖਣ ਸੱਚ ਬੋਲ ਰਿਹਾ ਸੀ? ਨੋ, ਮੱਖਣ ਵਾਜ਼ ਨਾਟ ਸਪੀਕਿੰਗ ਦ ਟਰੁੱਥ। ਉਹ ਸੱਚ ਨਹੀਂ ਸੀ ਕਹਿ ਰਿਹਾ, ਉਹ ਝੂਠ ਕਹਿ ਰਿਹਾ ਸੀ। ਨੈਕਸਟ ਕੁਐਸਚਨ ਹੈ, ਵਾਈ ਡਿਡ ਫਟਿਕਸ ਮਦਰ ਵਾਂਟ ਟੂ ਸੈਂਡ ਹਿਮ ਅਵੇ ਟੂ ਹਰ ਬ੍ਰਦਰਸ ਹਾਊਸ? ਕਿ ਫਟਿਕ ਦੀ ਮਾਂ ਉਸ ਨੂੰ ਆਪਣੇ ਭਰਾ ਦੇ ਘਰ ਕਿਉਂ ਭੇਜਣਾ ਚਾਹੁੰਦੀ ਸੀ? ਕਿ ਫਟਿਕ ਦੀ ਮਾਂ ਫਟਿਕ ਨੂੰ ਆਪਣੇ ਭਰਾ ਦੇ ਘਰ ਕਿਉਂ ਭੇਜਣਾ ਚਾਹੁੰਦੀ ਸੀ? ਤੇ ਇਸ ਦਾ ਉੱਤਰ ਹੈ, ਦ ਮਦਰ ਹੈਡ ਅ ਪ੍ਰੈਜੁਡਿਸ ਅਗੇਂਸਟ ਫਟਿਕ। ਸ਼ੀ ਥੌਟ ਦੈਟ ਹੀ ਵੁੱਡ ਸਮ ਡੇ drown Makhan in river or break his head in a fight or urge him into some danger. So she wanted to send him away to her brother's house. ਤੇ ਪ੍ਰੈਜੁਡਿਸ ਦਾ ਮਤਲਬ ਹੁੰਦਾ ਗਲਤ ਧਾਰਨਾ, ਕਿ ਉਸਦੀ ਮਾਂ ਦੀ ਉਸਦੇ ਅਗੇਂਸਟ, ਫਟਿਕ ਦੇ ਅਗੇਂਸਟ ਕੋਈ ਗਲਤ ਧਾਰਨਾ ਸੀ ਤੇ ਉਸਦੀ ਮਾਂ ਇਹ ਸੋਚਦੀ ਸੀ ਕਿ ਫਟਿਕ ਮੱਖਣ ਨੂੰ ਨਦੀ ਵਿੱਚ ਡੁਬੋ ਸਕਦਾ ਹੈ ਜਾਂ ਉਸਦਾ ਸਰ ਉਹ ਫਾਈਟ ਵਿੱਚ, ਲੜਾਈ ਵਿੱਚ ਉਸਦਾ ਸਰ ਭੰਨ ਸਕਦਾ, ਜਾਂ ਫਟਿਕ ਮੱਖਣ ਨੂੰ ਕਿਸੇ ਮੁਸੀਬਤ ਵਿੱਚ ਪਾ ਸਕਦਾ, ਤੇ ਇਸ ਕਰਕੇ ਉਹ ਆਪਣੇ ਭਰਾ ਦੇ ਘਰ ਫਟਿਕ ਨੂੰ ਭੇਜਣਾ ਚਾਹੁੰਦੀ ਸੀ। ਹਾਊ ਵਾਜ਼ ਫਟਿਕ ਰਿਸੀਵਡ ਬਾਈ ਹਿਜ਼ ਆਂਟ? ਤੇ ਇੱਥੇ ਆਂਟ ਕੌਣ ਹੈ? ਫਟਿਕ ਦੀ ਮਾਮੀ। ਜਦੋਂ ਫਟਿਕ ਆਪਣੀ ਮਾਮੀ ਕੋਲ ਪਹੁੰਚਾ ਤਾਂ ਉਸਦਾ ਕੀ ਰਿਐਕਸ਼ਨ ਸੀਗਾ, ਕੀ ਬਿਹੇਵੀਅਰ ਸੀਗਾ? ਦ ਆਂਟ ਵਾਜ਼ ਨਾਟ ਹੈਪੀ। ਸ਼ੀ ਡਿਡ ਨਾਟ ਵੈਲਕਮਡ ਹਿਮ। ਸ਼ੀ ਥੌਟ ਦੈਟ ਹੀ ਵਾਜ਼ ਐਨ ਅਨਨੈਸੈਸਰੀ ਐਡੀਸ਼ਨ ਟੂ ਹਰ ਫੈਮਿਲੀ। ਤੇ ਉਹ ਬਿਲਕੁਲ ਵੀ ਖੁਸ਼ ਨਹੀਂ ਸੀ ਤੇ ਉਸਨੇ ਉਸਦਾ ਸਵਾਗਤ ਵੀ ਨਹੀਂ ਕੀਤਾ, ਮੀਨਸ ਕਿ ਉਹ ਅਨਵੈਲਕਮਡ ਗੈਸਟ ਸੀਗਾ ਫਟਿਕ ਉਹਨਾਂ ਦੇ ਘਰੇ। ਤੇ ਉਸਨੂੰ ਵੀ ਇਹ ਲੱਗਿਆ ਕਿ ਜਿਹੜਾ ਫਟਿਕ ਹੈ ਉਹ ਸਾਡੇ ਘਰ ਵਿੱਚ ਅਨਨੈਸੈਸਰੀ ਐਡੀਸ਼ਨ ਹੈ, ਤੇ ਉਸਨੂੰ ਇਹ ਲੱਗਾ ਕਿ ਸਾਡੇ ਘਰ ਵਿੱਚ ਇੱਕ ਹੋਰ ਮੈਂਬਰ ਆ ਗਿਆ ਜਿਸ ਦੀ ਸਾਨੂੰ ਲੋੜ ਨਹੀਂ ਹੈ। ਨੈਕਸਟ ਕੁਐਸਚਨ ਹੈ, ਵਾਈ ਕੁਡਨਟ ਫਟਿਕ ਡੂ ਵੈਲ ਐਟ ਸਕੂਲ ਇਨ ਕੈਲਕਟਾ? ਤੇ ਕੈਲਕਟਾ ਵਿੱਚ ਆਪਣੇ ਮਾਮੇ ਦੇ ਘਰੇ ਜਦੋਂ ਗਿਆ ਸੀਗਾ ਫਟਿਕ, ਤੇ ਉਹ ਸਕੂਲ ਵਿੱਚ ਵਧੀਆ ਕਿਉਂ ਨਹੀਂ ਕਰ ਪਾਇਆ? ਫਟਿਕ ਵਾਜ਼ ਇਲ ਟ੍ਰੀਟਡ ਐਟ ਹਿਜ਼ ਅੰਕਲਸ ਹਾਊਸ। He was always sad and could not put his mind to his studies. He remained silent when the teacher asked him any question, so he couldn't do well at school in Calcutta. ਤੇ ਫਟਿਕ ਨੂੰ ਹਮੇਸ਼ਾ ਇਲ ਟ੍ਰੀਟ ਕੀਤਾ ਜਾਂਦਾ ਸੀਗਾ ਆਪਣੇ ਮਾਮੇ ਦੇ ਘਰੇ, ਮੀਨਸ ਕਿ ਉਸਦੀ ਮਾਮੀ ਉਸ ਨਾਲ ਚੰਗਾ ਵਿਹਾਰ ਨਹੀਂ ਸੀ ਕਰਦੀ, ਤੇ ਫਟਿਕ ਹਮੇਸ਼ਾ ਉਦਾਸ ਰਹਿੰਦਾ ਸੀ ਤੇ ਆਪਣਾ ਜਿਹੜਾ ਮਾਈਂਡ ਹੈ, ਆਪਣੀ ਕੰਸੈਂਟਰੇਸ਼ਨ ਉਹ ਪੜ੍ਹਾਈ ਵਿੱਚ ਨਹੀਂ ਲਾ ਪਾਇਆ। ਤੇ ਸਕੂਲ ਵਿੱਚ ਵੀ ਟੀਚਰ ਵੱਲੋਂ ਜਦੋਂ ਕੋਈ ਕੁਐਸਚਨ ਪੁੱਛਿਆ ਜਾਂਦਾ ਤਾਂ ਫਟਿਕ ਵੀ ਚੁੱਪ ਰਹਿੰਦਾ ਤੇ ਕੁਐਸਚਨ ਦਾ ਆਨਸਰ ਨਹੀਂ ਦੇ ਪਾਉਂਦਾ ਸੀ।
ਤੇ ਇਸ ਕਰਕੇ ਉਹ ਸਕੂਲ ਵਿੱਚ ਵਧੀਆ ਨਹੀਂ ਕਰ ਪਾਇਆ ਕੈਲਕਟਾ ਵਿੱਚ। ਹਾਊ ਡਿਡ ਫਟਿਕਸ ਆਂਟ ਬਿਹੇਵ ਔਨ ਲਰਨਿੰਗ ਅਬਾਊਟ ਲਾਸ ਆਫ ਹਿਸ ਬੁੱਕ। ਤੇ ਜਦੋਂ ਫਟਿਕ ਦੀ ਮਾਮੀ ਨੂੰ ਪਤਾ ਲੱਗਾ ਵੀ ਉਸਦੀ ਪਾਠ ਪੁਸਤਕ ਹੈ ਉਹ ਗੁਆਚ ਗਈ ਹੈ ਤਾਂ ਉਸਦਾ ਕੀ ਰਿਐਕਸ਼ਨ ਸੀਗਾ। ਸ਼ੀ ਕਾਲਡ ਹਿਮ ਅ ਕੰਟਰੀ ਲਾਊਡ। She told him that she couldn't afford to buy him new books 5 times a month. ਤੇ ਉਸਨੇ ਫਟਿਕ ਨੂੰ ਪਿੰਡ ਦਾ ਗਵਾਰ ਕਿਹਾ ਤੇ ਉਸਨੇ ਕਿਹਾ ਕਿ ਉਸ ਨੂੰ ਮਹੀਨੇ ਵਿੱਚ 5 ਵਾਰੀ ਬੁੱਕਸ ਲੈ ਕੇ ਨਹੀਂ ਦੇ ਸਕਦੀ। What was the immediate reason for Fatik's departure from his uncle's house? ਤੇ ਫਟਿਕ ਆਪਣੇ ਮਾਮੇ ਦੇ ਘਰੋਂ ਕਿਉਂ ਨਿਕਲ ਗਿਆ ਸੀਗਾ, ਕਿਉਂ ਚਲਾ ਗਿਆ ਸੀਗਾ। One day Fatik had a bad headache and a shivering fit. He felt he was going to have an attack of malaria. He feared that he might be a nuisance to his aunt, so he departed from his uncle's house. ਤੇ ਇੱਕ ਦਿਨ ਫਟਿਕ ਦਾ ਸਿਰ ਹੈ ਉਹ ਪੀੜ ਕਰ ਰਿਹਾ ਸੀਗਾ ਤੇ ਉਹ ਉਸਦਾ ਸਰੀਰ ਹੈ ਉਹ ਕੰਬ ਰਿਹਾ ਸੀ ਤੇ ਫਟਿਕ ਨੂੰ ਇਹ ਲੱਗਾ ਵੀ ਉਸਨੂੰ ਮਲੇਰੀਆ ਹੋ ਗਿਆ ਤੇ ਉਹ ਆਪਣੀ ਮਾਮੀ ਲਈ ਕੋਈ ਮੁਸੀਬਤ ਨਹੀਂ ਸੀ ਬਣਨਾ ਚਾਹੁੰਦਾ, ਇਸ ਕਰਕੇ ਉਹ ਘਰੋਂ ਚਲਾ ਗਿਆ। ਵਾਈ ਡਿਡ ਪਿਸ਼ੰਬਰ ਸੈਂਡ ਫॉर ਹਿਸ ਸਿਸਟਰ। ਤੇ ਪਿਸ਼ੰਬਰ ਨੇ ਆਪਣੀ ਭੈਣ ਨੂੰ ਕਿਉਂ ਬੁਲਾਇਆ, ਫਟਿਕ ਦੀ ਮਾਂ ਨੂੰ ਕਿਉਂ ਬੁਲਾਇਆ। ਫਟਿਕ ਵਾਸ ਸੀਰੀਅਸਲੀ ਇਲ ਐਂਡ ਵਾਸ ਲੁਕਿੰਗ ਫॉर ਹਿਸ ਮਦਰ, ਡੈਟ ਵਾਸ ਵਾਈ ਪਿਸ਼ੰਬਰ ਸੈਂਡ ਫॉर ਹਿਸ ਸਿਸਟਰ। ਤੇ ਫਟਿਕ ਹੈ ਕਾਫੀ ਸੀਰੀਅਸਲੀ ਇਲ ਸੀਗਾ, ਉਹ ਕਾਫੀ ਬਿਮਾਰ ਸੀਗਾ ਤੇ ਆਪਣੀ ਮਾਂ ਨੂੰ ਲੱਭ ਰਿਹਾ ਸੀਗਾ ਤੇ ਇਸ ਕਰਕੇ ਪਿਸ਼ੰਬਰ ਨੇ ਆਪਣੀ ਭੈਣ ਨੂੰ ਬੁਲਾਇਆ। ਵਟ ਵਰ ਫਟਿਕਸ ਲਾਸਟ ਵਰਡਸ। ਫਟਿਕ ਦੇ ਆਖਰੀ ਸ਼ਬਦ ਕੀ ਸਨ। ਫਟਿਕਸ ਲਾਸਟ ਵਰਡਸ ਵਰ ਮਦਰ ਦ ਹੌਲੀਡੇਜ਼ ਹੈਵ ਕਮ। ਤੇ ਮਾਂ ਛੁੱਟੀਆਂ ਆ ਗਈਆਂ। ਤੇ ਦੋਸਤੋ ਇਹ ਤਾਂ ਸੀਗੇ ਸ਼ਾਰਟ ਕੁਐਸਚਨਸ। ਹੁਣ ਅਸੀਂ ਕਰਾਂਗੇ ਲੌਂਗ ਕੁਐਸਚਨਸ ਜਿਸ ਵਿੱਚ ਸਭ ਤੋਂ ਪਹਿਲਾਂ ਹਾਊ ਡਸ ਫਟਿਕ ਫੀਲ ਵੈਨ ਹੀ ਇਜ਼ ਐਟ ਕਲਕੱਤਾ। ਤੇ ਜਦੋਂ ਕੈਲਕਟਾ ਵਿੱਚ ਸੀਗਾ ਤਾਂ ਫਟਿਕ ਕੀ ਫੀਲ ਕਰ ਰਿਹਾ ਸੀ। ਫਟਿਕ ਡਜ਼ ਨਾਟ ਫੀਲ ਹੈਪੀ ਫਰੋਮ ਦ ਫਰਸਟ ਡੇ ਇਨ ਕੈਲਕਟਾ। ਹਿਜ਼ ਆਂਟ ਕੰਸੀਡਰਡ ਹਿਮ ਐਜ਼ ਐਨ ਅਨਨੈਸੈਸਰੀ ਐਡੀਸ਼ਨ ਟੂ ਹਰ ਫੈਮਿਲੀ। ਹੀ ਵਾਜ਼ ਇਲ ਟ੍ਰੀਟਡ ਐਟ ਹਿਜ਼ ਅੰਕਲਸ ਹਾਊਸ। ਹੀ ਵਾਜ਼ ਦ ਮੋਸਟ ਬੈਕਵਰਡ ਚਾਈਲਡ ਇਨ ਦ ਸਕੂਲ। ਤੇ ਕੈਲਕਟਾ ਵਿੱਚ ਜਦੋਂ ਗਿਆ ਤਾਂ ਉਹ ਪਹਿਲੇ ਦਿਨ ਤੋਂ ਹੀ ਖੁਸ਼ ਨਹੀਂ ਸੀ ਤੇ ਉਸਦੀ ਮਾਮੀ ਨੂੰ ਇਹ ਲੱਗਾ ਕਿ ਉਹ ਸਾਡੇ ਪਰਿਵਾਰ ਵਿੱਚ, ਸਾਡੇ ਘਰ ਵਿੱਚ ਇੱਕ ਅਨਨੈਸੈਸਰੀ ਐਡੀਸ਼ਨ ਹੈ ਤੇ ਉਸ ਨਾਲ ਚੰਗਾ ਬਿਹੇਵ ਵੀ ਨਹੀਂ ਸੀ ਹੋਇਆ ਕੈਲਕਟਾ ਵਿੱਚ। ਤੇ ਸਕੂਲ ਵਿੱਚ ਵੀ ਉਹ ਸਭ ਤੋਂ ਜ਼ਿਆਦਾ ਬੈਕਵਰਡ ਚਾਈਲਡ ਸੀ। ਵਾਈ ਡਜ਼ ਪਿਸ਼ੰਬਰ ਵਾਂਟ ਟੂ ਟੇਕ ਫਟਿਕ ਟੂ ਕੈਲਕਟਾ। ਤੇ ਪਿਸ਼ੰਬਰ ਫਟਿਕ ਨੂੰ ਆਪਣੇ ਨਾਲ ਕੈਲਕਟਾ ਕਿਉਂ ਲੈ ਕੇ ਜਾਣਾ ਚਾਹੁੰਦਾ ਸੀ। ਫਟਿਕ ਵਾਜ਼ ਅ ਰਿੰਗ ਲੀਡਰ ਅਮੰਗ ਦ ਬॉयਜ਼ ਆਫ ਦ ਵਿਲੇਜ। ਹਿਜ਼ ਮਦਰ ਹੈਡ ਅ prejudice against him. She thought of him as a big nuisance. She called him lazy, disobedient and wide. She thought that he would put Makhan in some danger one day. Bishambar wanted to help his sister, so he offered to take Fatik with him to Calcutta. ਫਟਿਕ ਪਿੰਡ ਵਿੱਚ ਬਾਕੀ ਮੁੰਡਿਆਂ ਦਾ ਮੁਖੀਆ ਸੀਗਾ ਤੇ ਫਟਿਕ ਦੀ ਮਾਂ ਦੇ ਮਨ ਵਿੱਚ ਉਸ ਦੇ ਅਗੇਂਸਟ ਗਲਤ ਧਾਰਨਾ ਸੀ ਤੇ ਉਸ ਨੂੰ ਜਿਹੜਾ ਫਟਿਕ ਹੈ ਉਹ ਨਿਊਸੈਂਸ ਲੱਗਦਾ ਸੀ ਤੇ ਉਸ ਨੂੰ ਫਟਿਕ ਨੂੰ ਉਹ ਲੇਜ਼ੀ, ਸੁਸਤ, ਡਿਸਓਬੀਡੀਐਂਟ ਕਿਹਾ ਨਾ ਮੰਨਣ ਵਾਲਾ ਐਂਡ ਵਾਈਡ ਜੰਗਲੀ ਸਮਝਦੀ ਸੀ ਤੇ ਫਟਿਕ ਦੀ ਮਾਂ ਨੂੰ ਇਹ ਵੀ ਲੱਗਦਾ ਸੀਗਾ ਕਿ ਫਟਿਕ ਮੱਖਣ ਨੂੰ ਕਿਸੇ ਮੁਸੀਬਤ ਵਿੱਚ ਪਾ ਸਕਦਾ ਹੈ ਤੇ ਪਿਸ਼ੰਬਰ ਆਪਣੀ ਭੈਣ ਦੀ ਮਦਦ ਕਰਨਾ ਚਾਹੁੰਦਾ ਸੀ ਤੇ ਇਸ ਕਰਕੇ ਉਸਨੇ ਆਫਰ ਕੀਤਾ ਆਪਣੀ ਭੈਣ ਨੂੰ ਕਿਹਾ ਕਿ ਉਹ ਫਟਿਕ ਨੂੰ ਆਪਣੇ ਨਾਲ ਕਲਕੱਤਾ ਲੈ ਕੇ ਜਾਣਾ ਚਾਹੁੰਦਾ ਹੈ। ਅਗਲਾ ਕੁਐਸਚਨ ਹੈ ਹੂ ਇਜ਼ ਰਿਸਪੌਂਸਿਬਲ ਫॉर ਫਟਿਕਸ ਡੈਥ। ਕਿ ਫਟਿਕ ਦੀ ਡੈਥ ਦਾ ਉਸਦੀ ਮੌਤ ਦਾ ਜ਼ਿੰਮੇਵਾਰ ਕੌਣ ਸੀ। Fatik's mother, his uncle and his aunt were responsible for his death. His mother was always angry with him. That made him leave his home. Bishambar did not realize that Fatik cannot live without his mother. Lastly, Fatik's aunt disliked him. She thought of him as an unnecessary addition in her family. She ill-treated him all the time. So she was also responsible for his death. ਤੇ ਹੁਣ ਅਸੀਂ ਇੱਥੇ ਇਹ ਲਿਖਿਆ ਕਿ ਫਟਿਕ ਦੀ ਮਾਂ, ਉਸਦੇ ਮਾਮਾ ਤੇ ਉਸਦੀ ਮਾਮੀ ਤਿੰਨੋਂ ਹੀ ਰਿਸਪੌਂਸੀਬਲ ਸਨ ਉਸਦੇ ਡੈਥ ਦੇ ਲਈ ਤੇ ਫਟਿਕ ਦੀ ਮਾਂ ਹਮੇਸ਼ਾ ਉਸ ਨਾਲ ਗੁੱਸੇ ਵਿੱਚ ਹੀ ਰਹਿੰਦੀ ਸੀ ਤੇ ਇਸ ਕਰਕੇ ਉਸ ਫਟਿਕ ਨੇ ਆਪਣਾ ਘਰ ਛੱਡਿਆ ਤੇ ਪਿਸ਼ੰਬਰ ਇਸ ਕਰਕੇ ਰਿਸਪੌਂਸੀਬਲ ਹੈ ਕਿ ਉਹ ਆਪਣੇ ਨਾਲ ਕੈਲਕੱਤਾ ਤੇ ਲੈ ਗਿਆ ਬਟ ਉਸਨੇ ਇਹ ਨਹੀਂ ਸੋਚਿਆ ਕਿ ਫਟਿਕ ਹੈ ਆਪਣੀ ਮਾਂ ਦੇ ਬਗੈਰ ਨਹੀਂ ਰਹਿ ਸਕਦਾ ਤੇ ਫਟਿਕ ਦੀ ਮਾਮੀ ਵੀ ਜ਼ਿੰਮੇਵਾਰ ਹੈ ਕਿਉਂਕਿ ਉਸ ਨੂੰ ਡਿਸਲਾਈਕ ਕਰਦੀ ਸੀ ਤੇ ਉਸ ਨੂੰ ਇਲ ਟਰੀਟ ਕਰਦੀ ਸੀ ਤੇ ਉਸ ਨੂੰ ਇਹ ਲੱਗਦਾ ਸੀਗਾ ਕਿ ਸਾਡੇ ਘਰ ਵਿੱਚ ਇਹ ਅਨਨੈਸੈਸਰੀ ਐਡੀਸ਼ਨ ਹੈ ਤੇ ਸਾਡੇ ਅਕੋਰਡਿੰਗਲੀ ਤਿੰਨੋਂ ਹੀ ਰਿਸਪੌਂਸੀਬਲ ਹਨ ਪਰ ਜੇ ਕੋਈ ਸਟੂਡੈਂਟ ਲਿਖਦਾ ਕਿ ਉਸਦੀ ਆਂਟ, ਉਸਦੀ ਮਾਮੀ ਰਿਸਪੌਂਸੀਬਲ ਹੈ ਤੇ ਉਸਦਾ ਵੀ ਰੀਜ਼ਨ ਲਿਖਿਆ ਜਾਂਦਾ ਤਾਂ ਉਹ ਵੀ ਗਲਤ ਨਹੀਂ ਮੰਨਿਆ ਜਾਵੇਗਾ। ਤੇ ਨੈਕਸਟ ਕੁਐਸਚਨ ਹੈ ਕਰੈਕਟਰ ਸਕੈਚ ਤੇ ਸਭ ਤੋਂ ਪਹਿਲਾਂ ਅਸੀਂ ਕਰਾਂਗੇ ਪਿਸ਼ੰਬਰ ਦਾ ਕਰੈਕਟਰ ਸਕੈਚ ਤੇ ਇਸ ਵਿੱਚ ਅਸੀਂ ਲਿਖਾਂਗੇ ਪਿਸ਼ੰਬਰ ਇਜ਼ ਦਾ ਬ੍ਰਦਰ ਆਫ ਫਟਿਕਸ ਮਦਰ। ਹੀ ਲਿਵਸ ਇਨ ਕੈਲਕੱਤਾ ਵਿਦ ਹਿਜ਼ ਫੈਮਿਲੀ। ਹੀ ਲਵਸ ਹਿਜ਼ ਸਿਸਟਰ। ਹੀ ਵਾਂਟ ਟੂ ਹੈਲਪ ਹਿਜ਼ ਸਿਸਟਰ ਬਾਈ ਟੇਕਿੰਗ ਫਟਿਕ ਟੂ ਕੈਲਕੱਤਾ ਬਟ ਹੀ ਫੇਲਡ ਟੂ ਟੇਕ ਫਟਿਕਸ ਕੇਅਰ ਇਨ ਕੈਲਕੱਤਾ. He even asked Fatik to wait till holidays when he wanted to go back home. Pishambar committed a blunder by taking Fatik to Calcutta.
ਤੇ ਇੱਥੇ ਅਸੀਂ ਇਹ ਲਿਖਿਆ ਕਿ ਪਿਸ਼ੰਬਰ ਹੈ ਜਿਹੜਾ ਫਟਿਕ ਦੀ ਮਾਂ ਦਾ ਭਰਾ ਹੈ, ਮੀਨਸ ਕਿ ਫਟਿਕ ਦਾ ਮਾਮਾ ਹੈ। ਉਹ ਕੈਲਕਟਾ ਵਿੱਚ ਆਪਣੇ ਪਰਿਵਾਰ ਦੇ ਨਾਲ ਰਹਿੰਦਾ ਹੈ। ਉਹ ਆਪਣੀ ਭੈਣ ਨੂੰ ਬਹੁਤ ਪਿਆਰ ਕਰਦਾ ਹੈ ਤੇ ਉਹ ਆਪਣੀ ਸਿਸਟਰ ਦੀ ਹੈਲਪ ਕਰਨਾ ਚਾਹੁੰਦਾ ਹੈ ਫਟਿਕ ਨੂੰ ਆਪਣੇ ਨਾਲ ਕੈਲਕਟਾ ਲੈ ਜਾ ਕੇ। ਪਰ ਉਹ ਕੈਲਕਟਾ ਵਿੱਚ ਫਟਿਕ ਦਾ ਬਿਲਕੁਲ ਧਿਆਨ ਨਹੀਂ ਰੱਖ ਪਾਉਂਦਾ। ਤੇ ਜਦੋਂ ਫਟਿਕ ਵਾਪਸ ਆਉਣਾ ਚਾਹੁੰਦਾ ਤਾਂ ਉਹ ਫਟਿਕ ਨੂੰ ਕਹਿੰਦਾ ਵੀ ਤੂੰ ਛੁੱਟੀਆਂ ਤੱਕ ਰੁਕ ਜਾ। ਤੇ ਪਿਸ਼ੰਬਰ ਨੇ ਬਹੁਤ ਵੱਡੀ ਗਲਤੀ ਕੀਤੀ, ਬਲੰਡਰ ਕੀਤਾ ਫਟਿਕ ਨੂੰ ਆਪਣੇ ਨਾਲ ਕੈਲਕਟਾ ਲੈ ਕੇ ਆ ਕੇ। ਨੈਕਸਟ ਹੈ ਮੱਖਣ। ਮੱਖਣ ਇਜ਼ ਫਟਿਕਸ ਯੰਗਰ ਬ੍ਰਦਰ। He is mother's favorite. According to the mother, he is as good as gold. Makhan is a clever boy. He comes and sits on the log when the other boys wanted to roll it away. He always lies to mother about ਫਟਿਕ। ਤੇ ਇੱਥੇ ਅਸੀਂ ਇਹ ਲਿਖਿਆ ਕਿ ਜਿਹੜਾ ਮੱਖਣ ਹੈ ਫਟਿਕ ਦਾ ਛੋਟਾ ਭਰਾ ਹੈ ਤੇ ਉਹ ਮਾਂ ਦਾ ਫੇਵਰੇਟ ਹੈ, ਮੀਨਸ ਕਿ ਉਸਦੀ ਮਾਂ ਦਾ ਉਹ ਫੇਵਰੇਟ ਬੱਚਾ ਹੈ। ਤੇ ਫਟਿਕ ਦੀ ਮਾਂ ਦੇ ਅਕੋਰਡਿੰਗਲੀ ਜਿਹੜਾ ਮੱਖਣ ਹੈ ਉਹ ਸੋਨੇ ਦੇ ਵਰਗਾ ਹੈ ਤੇ ਮੱਖਣ ਬਹੁਤ ਚਲਾਕ ਹੈ। ਜਦੋਂ ਬਾਕੀ ਬੱਚੇ ਲੌਗ ਨੂੰ ਲੱਕੜ ਦੇ ਲੱਠੇ ਨੂੰ ਰੋਲ ਕਰਨਾ ਚਾਹੁੰਦੇ ਨੇ ਤਾਂ ਉਹ ਲੱਕੜ ਦੇ ਲੱਠੇ ਦੇ ਉੱਪਰ ਲੌਗ ਦੇ ਉੱਪਰ ਬੈਠ ਜਾਂਦਾ ਹੈ। ਤੇ ਜਿਹੜਾ ਮੱਖਣ ਹੈ ਉਹ ਫਟਿਕ ਦੇ ਬਾਰੇ ਵੀ ਆਪਣੀ ਮਾਂ ਨੂੰ ਝੂਠ ਕਹਿੰਦਾ। ਅਗਲਾ ਫਟਿਕਸ ਆਂਟ, ਫਟਿਕ ਦੀ ਮਾਮੀ। ਫਟਿਕਸ ਆਂਟ ਲਿਵਸ ਇਨ ਕੈਲਕਟਾ। ਸ਼ੀ ਡਿਸਲਾਈਕਸ ਫਟਿਕ ਫਰੋਮ ਦ ਵੈਰੀ ਬਿਗਨਿੰਗ। She thinks of him as an unnecessary addition to her family. She irritates him all the time. When Fatik loses his book, she scolds him. She is a heartless woman. ਤੇ ਇੱਥੇ ਅਸੀਂ ਲਿਖਿਆ ਕਿ ਜਿਹੜੀ ਫਟਿਕ ਦੀ ਮਾਮੀ ਉਹ ਕੈਲਕਟਾ ਵਿੱਚ ਰਹਿੰਦੀ ਹੈ ਤੇ ਉਹ ਪਹਿਲੇ ਦਿਨ ਤੋਂ ਹੀ ਉਸਨੂੰ ਫਟਿਕ ਪਸੰਦ ਨਹੀਂ ਸੀ ਤੇ ਉਸਨੂੰ ਇਹ ਲੱਗਿਆ ਕਿ ਫਟਿਕ ਸਾਡੇ ਘਰ ਵਿੱਚ ਅਨਨੈਸੈਸਰੀ ਐਡੀਸ਼ਨ ਹੈ ਤੇ ਫਟਿਕ ਦੇ ਨਾਲ ਉਹ ਚੰਗਾ ਵਿਹਾਰ ਨਹੀਂ ਸੀ ਕਰਦੀ। ਤੇ ਜਦੋਂ ਫਟਿਕ ਦੀ ਬੁੱਕ ਹੈ ਪਾਠ ਪੁਸਤਕ ਗੁੰਮ ਹੋ ਜਾਂਦੀ ਹੈ ਤਾਂ ਵੀ ਉਸ ਨੂੰ ਗੁੱਸੇ ਹੁੰਦੀ ਹੈ ਤੇ ਉਹ ਇੱਕ ਹਾਰਟਲੈਸ ਵੂਮਨ ਹੈ। ਨੈਕਸਟ ਹੈ ਫਟਿਕਸ ਮਦਰ। Fatik's mother is a simple woman. She had two sons, Fatik and Makhan. She is happy with her younger son Makhan, but she is prejudiced against Fatik. She thinks that he would put Makhan in some danger one day, so she sends Fatik to her brother's house. ਤੇ ਫਟਿਕ ਦੀ ਮਾਂ ਇੱਕ ਸਿੱਧੀ ਸਾਦੀ ਔਰਤ ਹੈ ਤੇ ਉਸਦੇ ਦੋ ਮੁੰਡੇ ਹਨ, ਫਟਿਕ ਤੇ ਮੱਖਣ। ਤੇ ਮੱਖਣ ਨਾਲ ਤੇ ਉਹ ਬਹੁਤ ਖੁਸ਼ ਹੈ ਪਰ ਉਸਦੇ ਮਨ ਵਿੱਚ ਫਟਿਕ ਦੇ ਅਗੇਂਸਟ ਗਲਤ ਧਾਰਨਾ ਹੈ ਤੇ ਉਸਨੂੰ ਇਹ ਲੱਗਦਾ ਕਿ ਫਟਿਕ ਹੈ ਮੱਖਣ ਨੂੰ ਕਿਸੇ ਮੁਸੀਬਤ ਵਿੱਚ ਡੇਂਜਰ ਵਿੱਚ ਪਾ ਸਕਦਾ ਇੱਕ ਨਾ ਇੱਕ ਦਿਨ ਤੇ ਇਸ ਕਰਕੇ ਉਹ ਫਟਿਕ ਨੂੰ ਆਪਣੇ ਭਰਾ ਦੇ ਘਰ ਭੇਜ ਦਿੰਦੀ ਹੈ। ਨੈਕਸਟ ਹੈ ਗਿਵ ਅ ਪੈਨ ਪੋਰਟਰੇਟ ਆਫ ਫਟਿਕ। ਤੇ ਅਸੀਂ ਫਟਿਕ ਦਾ ਜਿਹੜਾ ਕਰੈਕਟਰ ਸਕੈਚ ਉਹ ਲਿਖਣਾ। Fatik is a 14 years old boy. He is a ringleader among the boys of the village. He does not like Makhan because he always puts him in trouble. He is very happy to go to Calcutta with his uncle. But in Calcutta, his aunt ill-treats him. He suffers from high fever and dies in the end. Fatik ਇੱਕ 14 ਸਾਲਾਂ ਦਾ ਮੁੰਡਾ ਹੈ ਤੇ ਉਹ ਪਿੰਡ ਵਿੱਚ ਬਾਕੀ ਮੁੰਡਿਆਂ ਦਾ ਰਿੰਗ ਲੀਡਰ ਹੈ, ਮੁਖੀ ਹੈ ਤੇ ਉਹ ਮੱਖਣ ਨੂੰ ਪਸੰਦ ਨਹੀਂ ਕਰਦਾ ਕਿਉਂਕਿ ਮੱਖਣ ਹਮੇਸ਼ਾ ਫਟਿਕ ਨੂੰ ਮੁਸੀਬਤ ਵਿੱਚ ਪਾ ਦਿੰਦਾ ਤੇ ਉਹ ਕੈਲਕਟਾ ਜਾਣਾ ਚਾਹੁੰਦਾ ਆਪਣੇ ਮਾਮੇ ਦੇ ਨਾਲ। ਬਟ ਕੈਲਕਟਾ ਵਿੱਚ ਉਸਦੀ ਮਾਮੀ ਉਸ ਨਾਲ ਚੰਗਾ ਬਿਹੇਵ ਨਹੀਂ ਕਰਦੀ ਤੇ ਐਂਡ ਵਿੱਚ ਉਹ ਬਿਮਾਰ ਹੋ ਜਾਂਦਾ ਜਿਸ ਕਾਰਨ ਉਸਦੀ ਮੌਤ ਹੋ ਜਾਂਦੀ ਹੈ। ਅਗਲਾ ਕੁਐਸਚਨ ਹੈ ਡਿਸਕ੍ਰਾਈਬ ਦਾ ਕੁਐਰਲ ਬਿਟਵੀਨ ਫਟਿਕ ਐਂਡ ਮੱਖਣ। ਫਟਿਕ ਅਤੇ ਮੱਖਣ ਵਿਚਕਾਰ ਲੜਾਈ ਦਾ ਵਰਣਨ ਕਰੋ। ਤੇ ਇਸ ਦੇ ਆਨਸਰ ਵਿੱਚ ਅਸੀਂ ਲਿਖ ਸਕਦੇ ਹਾਂ ਫਟਿਕ ਐਂਡ ਹਿਸ ਫਰੈਂਡਸ ਪਲਾਨ ਟੂ ਰੋਲ ਅ log away but Makhan comes and sits on the log and refuses to obey Fatik. Fatik ordered the boys to roll the log and Makhan over together. The boys did that and Makhan fell off the log. Makhan beat and kicked Fatik and went home crying. ਤੇ ਇੱਥੇ ਅਸੀਂ ਇਹ ਲਿਖਿਆ ਕਿ ਫਟਿਕ ਅਤੇ ਉਸਦੇ ਦੋਸਤ ਹੈ ਉਹਨਾਂ ਨੇ ਪਲਾਨ ਕੀਤਾ ਕਿ ਉਹ ਜਿਹੜਾ ਲੱਕੜ ਦਾ ਲੱਠਾ ਹੈ ਲੌਗ ਹੈ ਉਸਨੂੰ ਰੋਲ ਕਰਨਗੇ ਪਰ ਮੱਖਣ ਲੌਗ ਦੇ ਉੱਪਰ ਬੈਠ ਗਿਆ ਤੇ ਉਹ ਫਟਿਕ ਦਾ ਕਹਿਣਾ ਨਹੀਂ ਸੀ ਮੰਨ ਰਿਹਾ ਤੇ ਫਟਿਕ ਨੇ ਆਪਣੇ ਦੋਸਤਾਂ ਨੂੰ ਕਿਹਾ ਕਿ ਲੌਗ ਅਤੇ ਮੱਖਣ ਨੂੰ ਇਕੱਠੇ ਹੀ ਰੋਲ ਕਰ ਦਿਓ ਤੇ ਮੁੰਡਿਆਂ ਨੇ ਇਸ ਤਰ੍ਹਾਂ ਹੀ ਕੀਤਾ ਤੇ ਜਿਹੜਾ ਮੱਖਣ ਹੈ ਉਹ ਡਿੱਗ ਪਿਆ ਤੇ ਮੱਖਣ ਨੇ ਫਿਰ ਫਟਿਕ ਨੂੰ ਕਿੱਕ ਕੀਤਾ, ਉਸਨੂੰ ਮਾਰਿਆ ਅਤੇ ਰੋਂਦਾ ਹੋਇਆ ਆਪਣੇ ਘਰੇ ਚਲਾ ਗਿਆ। ਤੇ ਦੋਸਤੋ ਇਹ ਤਾਂ ਸੀਗੇ ਲੌਂਗ ਕੁਐਸਚਨ ਆਨਸਰਸ। ਹੁਣ ਅਸੀਂ ਕਰਾਂਗੇ ਆਬਜੈਕਟਿਵ ਕੁਐਸਚਨਸ ਜਿਸ ਵਿੱਚ ਸਭ ਤੋਂ ਪਹਿਲਾਂ ਵਟ ਵਾਜ਼ ਦਾ ਨੇਮ ਆਫ ਫਟਿਕਸ ਬ੍ਰਦਰ। ਫਟਿਕ ਦੇ ਭਰਾ ਦਾ ਕੀ ਨਾਂ ਸੀ? ਮੱਖਣ। ਨੈਕਸਟ ਆਬਜੈਕਟਿਵ ਕੁਐਸਚਨ ਫਟਿਕਸ ਅੰਕਲ ਲਿਵਡ ਇਨ ਮੁੰਬਈ, ਦੇਹਰਾਦੂਨ, ਕੈਲਕਟਾ ਜਾਂ ਚੰਡੀਗੜ੍ਹ। ਤੇ ਇਸ ਦਾ ਉੱਤਰ ਹੈ ਕੈਲਕਟਾ। ਫਟਿਕਸ ਆਂਟ ਵੈਲਕਮਡ ਫਟਿਕ ਐਟ ਹਰ ਹੋਮ, ਟਰੂ ਜਾਂ ਫਾਲਸ? ਤੇ ਇਹ ਫਾਲਸ ਹੈ ਕਿਉਂਕਿ ਉਸਨੇ ਵੈਲਕਮ ਨਹੀਂ ਸੀ ਕੀਤਾ। ਫਟਿਕਸ ਡੈਸ਼ ਡਿਡ ਨਾਟ ਲਾਈਕ ਹਿਜ਼ ਵੇਜ਼, ਮਦਰ, ਸਿਸਟਰ, ਸਟੂਡੈਂਟ ਜਾਂ ਨੇਬਰਸ? ਤੇ ਮਦਰ, ਫਟਿਕਸ ਮਦਰ ਡਿਡ ਨਾਟ ਲਾਈਕ ਹਿਜ਼ ਵੇਜ਼। ਨੈਕਸਟ ਹੈ ਫਟਿਕ ਵਾਂਟਡ ਟੂ ਮੂਵ ਅ ਡੈਸ਼ ਫਰੋਮ ਇਟਸ ਪਲੇਸ। ਇਸ ਦਾ ਉੱਤਰ ਹੈ ਆਨਸਰ ਹੈ ਲੌਗ। ਅਗਲਾ ਕੁਐਸਚਨ ਫਟਿਕਸ ਲਾਸਟ ਵਰਡਸ ਵਰ ਮਦਰ ਡੈਸ਼ ਹੈਵ ਕਮ। ਤੇ ਇੱਥੇ ਆਉਣਾ ਹੈ ਹੌਲੀਡੇਜ਼। ਤੇ ਹੁਣ ਅਸੀਂ ਕਰਾਂਗੇ ਟ੍ਰਾਂਸਲੇਸ਼ਨ ਫਰੋਮ ਇੰਗਲਿਸ਼ ਟੂ ਪੰਜਾਬੀ। ਦ ਬॉयਜ਼ ਵਰ ਪਜ਼ਲਡ ਫॉर ਅ ਮੂਮੈਂਟ।
ਤੇ ਇਸ ਨੂੰ ਅਸੀਂ ਟਰਾਂਸਲੇਟ ਕਰਕੇ ਲਿਖ ਸਕਦੇ ਹਾਂ, ਲੜਕੇ ਜਾਂ ਮੁੰਡੇ ਇੱਕ ਪਲ ਲਈ ਉਲਝਣ ਵਿੱਚ ਪੈ ਗਏ। ਫਟਿਕ ਰੈਫਿਊਜ਼ ਟੂ ਮੂਵ, ਫਟਿਕ ਨੇ ਹਿੱਲਣ ਤੋਂ ਇਨਕਾਰ ਕਰ ਦਿੱਤਾ ਜਾਂ ਫਟਿਕ ਨੇ ਹਿੱਲਣ ਤੋਂ ਮਨਾ ਕਰ ਦਿੱਤਾ। ਫਟਿਕ ਚੱਕਰਵਰਤੀ ਵਾਸ ਦਾ ਰਿੰਗ ਲੀਡਰ ਅਮੰਗਸਟ ਦਾ ਬॉयਜ਼ ਆਫ ਦਾ ਵਿਲੇਜ, ਫਟਿਕ ਪਿੰਡ ਦੇ ਮੁੰਡਿਆਂ ਦਾ ਮੁਖੀਆ ਸੀ। ਹੀ ਕੁਡ ਨਾਟ ਬੀਅਰ ਦਿਸ ਇਨਜਸਟਿਸ, ਉਹ ਇਸ ਅਨਿਆਂ ਨੂੰ ਸਹਿਣ ਨਾ ਕਰ ਸਕਿਆ। ਦ ਸਟ੍ਰੇਂਜਰ ਆਸਕਡ ਹਿਮ ਅਗੇਨ, ਅਜਨਬੀ ਨੇ ਉਸ ਤੋਂ ਦੁਬਾਰਾ ਪੁੱਛਿਆ। ਐਟ ਲਾਸਟ ਬਿਸ਼ੰਬਰ ਆਸਕਡ ਦ ਪੁਲਿਸ ਟੂ ਹੈਲਪ ਹਿਮ, ਅਖੀਰ ਵਿੱਚ ਬਿਸ਼ੰਬਰ ਨੇ ਪੁਲਿਸ ਨੂੰ ਉਸ ਦੀ ਮਦਦ ਕਰਨ ਲਈ ਕਿਹਾ। ਵਨ ਡੇ ਫਟਿਕ ਲੋਸਟ ਹਿਜ਼ ਲੈਸਨ ਬੁੱਕ, ਇੱਕ ਦਿਨ ਫਟਿਕ ਨੇ ਆਪਣੀ ਪਾਠ ਪੁਸਤਕ ਗੁਆ ਲਈ। ਦ ਨੈਕਸਟ ਮਾਰਨਿੰਗ ਫਟਿਕ ਵਾਸ ਨੋਵੇਅਰ ਟੂ ਬੀ ਸੀਨ, ਅਗਲੀ ਸਵੇਰ ਫਟਿਕ ਕਿਤੇ ਵੀ ਨਜ਼ਰ ਨਾ ਆਇਆ। ਬਿਸ਼ੰਬਰ ਬ੍ਰੌਟ ਇਨ ਅ ਡਾਕਟਰ, ਬਿਸ਼ੰਬਰ ਇੱਕ ਡਾਕਟਰ ਨੂੰ ਲੈ ਕੇ ਆਇਆ। ਮਦਰ ਦ ਹੌਲੀਡੇਜ਼ ਹੈਵ ਕਮ, ਮਾਂ ਛੁੱਟੀਆਂ ਆ ਗਈਆਂ ਹਨ।